ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਬੇਟੇ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਕਿ ਇੱਕ ਨਵਾਂ ਹੀ ਕਨਸੈਪਟ ਜਿਹੜਾ ਹੈਗਾ, ਇੱਕ ਨਵੀਂ ਸੋਚ ਜਿਹੜੀ ਹੈਗੀ ਹੈ ਉਹ ਸਾਡੇ ਸਰਕਾਰੀ ਵਿਭਾਗ ਵੱਲੋਂ ਇੰਟਰੋਡਿਊਸ ਕੀਤੀ ਗਈ ਹੈ ਔਰ ਉਹ ਹੈ ਵੈਲਕਮ ਜ਼ਿੰਦਗੀ ਸਵਾਗਤ ਜ਼ਿੰਦਗੀ। ਔਰ ਇਸ ਵਿੱਚ ਆਪਣੀ ਇਸ ਦਾ ਮੇਨ ਮੋਟਿਵ ਜਿਹੜਾ ਹੈਗਾ, ਮੇਨ ਮੰਤਵ ਜਿਹੜਾ ਹੈਗਾ ਉਹ ਹੈਗਾ ਕਿ ਵਿਦਿਆਰਥੀ ਜਿਹੜੇ ਹਨ ਇਸ ਵਿੱਚ ਜਿਹੜੀ ਨੈਤਿਕ ਸਿੱਖਿਆ ਦਿੱਤੀ ਜਾ ਰਹੀ ਹੈ, ਜਿਹੜੀਆਂ ਕਦਰਾਂ ਕੀਮਤਾਂ ਬਾਰੇ ਦੱਸਿਆ ਜਾ ਰਿਹਾ ਹੈ, ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀ ਆਪਣੇ ਜੀਵਨ ਨੂੰ ਵਧੀਆ ਤਰੀਕੇ ਨਾਲ, ਆਪਣੇ ਵਿਅਕਤਿਤਵ ਨੂੰ ਵਧੀਆ ਤਰੀਕੇ ਨਾਲ ਨਿਖਾਰ ਸਕਣ। ਸੋ ਆਓ ਪਿਆਰੇ ਵਿਦਿਆਰਥੀਓ, ਇਸ 10ਵੀਂ ਕਲਾਸ ਦੀ ਵੈਲਕਮ ਜ਼ਿੰਦਗੀ ਦੇ ਪਾਠ 2 ਬਾਰੇ ਆਪਾਂ ਅੱਜ ਡਿਟੇਲ ਵਿੱਚ ਪੜ੍ਹਦੇ ਹਾਂ, ਜਿਸ ਦਾ ਸਿਰਲੇਖ ਹੈ ਤਰਕ ਸੰਗਤ ਸੋਚ। ਸੋ ਪਿਆਰੇ ਵਿਦਿਆਰਥੀਓ, ਤਰਕ ਸੰਗਤ ਸੋਚ ਦੀ ਜੇ ਆਪਾਂ ਗੱਲ ਕਰੀਏ ਤਾਂ ਤਰਕ ਸੰਗਤ ਸੋਚ ਦਾ ਕੀ ਮਤਲਬ ਹੈ? ਤਰਕ ਸੰਗਤ ਸੋਚ ਦਾ ਮਤਲਬ ਹੈ ਲੌਜੀਕਲ ਥਿੰਕਿੰਗ, ਕਿ ਆਪਾਂ ਜੋ ਕੁਝ ਵੀ ਸੋਚ ਵਿਚਾਰ ਕਰਦੇ ਹਾਂ ਉਸ ਦੇ ਪਿੱਛੇ ਇੱਕ ਤਰਕ ਹੋਣਾ ਚਾਹੀਦਾ, ਇੱਕ ਲੌਜਿਕ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਕਿ ਜਿਸਨੇ ਜੋ ਕਹਿ ਦਿੱਤਾ ਆਪਾਂ ਉਸ ਚੀਜ਼ ਨੂੰ ਵਿਸ਼ਵਾਸ ਕਰ ਲਿੱਤਾ। ਨੋ, ਸਾਡੇ ਉੱਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਾਂ, ਇਸ ਵਿੱਚ ਇਹ ਲੌਜਿਕ ਹੈ ਔਰ ਇਸ ਲਈ ਇਹ ਐਗਜ਼ਿਸਟ ਕਰਦਾ ਹੈ। ਸੋ ਇੱਕ ਪੜ੍ਹਿਆ ਲਿਖਿਆ ਇਨਸਾਨ ਜਿਹੜਾ ਹੈਗਾ, ਇੱਕ ਪੜ੍ਹਿਆ ਲਿਖਿਆ ਵਿਦਿਆਰਥੀ ਉਹੀ ਮੰਨਿਆ ਜਾਂਦਾ ਹੈ ਜਿਸ ਨੂੰ ਤਰਕ ਕਰਨਾ ਆਵੇ, ਜਿਸ ਨੂੰ ਸਹੀ ਗਲਤ ਵਿੱਚ ਪਛਾਣ ਕਰਨੀ ਆਵੇ ਕਿ ਇਹ ਚੀਜ਼ ਸਹੀ ਹੈ ਕਿਉਂ ਔਰ ਇਹ ਚੀਜ਼ ਗਲਤ ਹੈ ਕਿਉਂ। ਸੋ ਬੇਟਾ ਆਓ ਆਪਾਂ ਡਿਸਕਸ ਕਰੀਏ ਇਹ ਚੈਪਟਰ ਨੂੰ ਡਿਟੇਲ ਦੇ ਵਿੱਚ, ਜਿਸ ਦਾ ਸਿਰਲੇਖ ਹੈ ਤਰਕ ਸੰਗਤ ਸੋਚ। ਸੋ ਬੇਟਾ ਤਰਕ ਸੰਗਤ ਸੋਚ ਵਿੱਚ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਹੈਗਾ, ਮੁੰਡੇ ਅਤੇ ਕੁੜੀ ਪ੍ਰਤੀ ਸਮਾਜਿਕ ਧਾਰਨਾਵਾਂ। ਦੇਖੋ, ਮੁੰਡੇ ਅਤੇ ਕੁੜੀਆਂ ਜਿਹੜੀਆਂ ਹੈਗੀਆਂ, ਅੱਜ ਵੀ ਸਮਾਜ ਵਿੱਚ ਇਹ ਧਾਰਨਾ ਹੈ ਕਿ ਮੁੰਡੇ ਅਤੇ ਕੁੜੀਆਂ ਜਿਹੜੀਆਂ ਹੈਗੀਆਂ ਉਹ ਬਰਾਬਰ ਨਹੀਂ ਮੰਨੀਆਂ ਜਾਂਦੀਆਂ। ਅੱਜ ਵੀ ਮੁੰਡਿਆਂ ਨੂੰ ਉੱਚਾ ਸਥਾਨ ਦਿੱਤਾ ਜਾਂਦਾ ਹੈ, ਕੁੜੀ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ, ਕੁੜੀ ਨੂੰ ਕਿਹਾ ਜਾਂਦਾ ਹੈ ਤੂੰ ਇਹ ਕੰਮ ਨਹੀਂ ਕਰ ਸਕਦੀ। ਬਟ ਬੇਟਾ, ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਕੁਦਰਤ ਨੇ ਸਾਡੇ ਵਿੱਚ ਕੋਈ ਵਖਰੇਵਾ ਨਹੀਂ ਪਾਇਆ। ਉਹੀ ਖੂਨ ਜਿਹੜਾ ਮੁੰਡੇ ਦੇ ਅੰਦਰ ਵਗ ਰਿਹਾ ਹੈ ਉਹੀ ਕੁੜੀਆਂ ਦੇ ਅੰਦਰ ਵੀ ਵਗ ਰਿਹਾ ਹੈ। ਸਿਰਫ ਔਰ ਸਿਰਫ ਜਿਹੜਾ ਕੁਦਰਤੀ ਬਦਲਾਵ ਹੈਗਾ, ਜਿਹੜਾ ਕੁਦਰਤੀ ਫਰਕ ਹੈਗਾ ਮੁੰਡੇ ਅਤੇ ਕੁੜੀਆਂ ਦੇ ਵਿੱਚ, ਉਹ ਕਿਉਂ ਹੈ, ਉਹ ਸੰਸਾਰ ਨੂੰ ਚਲਾਉਣ ਵਾਸਤੇ ਜ਼ਰੂਰੀ ਹੈ। ਅਦਰਵਾਈਜ਼ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਵਿੱਚ ਆਪਾਂ ਇਹ ਕਹਿ ਸਕੀਏ ਕਿ ਕੁੜੀ ਜਿਹੜੀ ਹੈ ਉਹ ਮੁੰਡਿਆਂ ਤੋਂ ਕਮਜ਼ੋਰ ਹੈ। ਇੱਕ ਕੁੜੀ ਅੱਜ ਬੇਟਾ ਕੋਈ ਅਜਿਹਾ ਖੇਤਰ ਦੱਸ ਦਿਓ ਜਿਸ ਦੇ ਵਿੱਚ ਕੁੜੀਆਂ ਨੂੰ ਆਪਾਂ ਨਹੀਂ ਦੇਖਿਆ। ਕਿ ਕੁੜੀਆਂ ਪੁਲਾੜ ਵਿੱਚ ਨਹੀਂ ਗਈਆਂ? ਕਿ ਕੁੜੀਆਂ ਨੇ ਮਾਊਂਟ ਐਵਰੈਸਟ ਦੀ ਚੋਟੀ ਨੂੰ ਨਹੀਂ ਛੂਹਿਆ? ਕਿ ਕੁੜੀਆਂ ਅੱਜ ਐਜੂਕੇਸ਼ਨ ਦੇ ਫੀਲਡ ਵਿੱਚ ਨਹੀਂ ਤਰੱਕੀ ਕਰ ਰਹੀ? ਕਿ ਕੁੜੀਆਂ ਡਾਕਟਰਸ ਨਹੀਂ ਬਣ ਰਹੀਆਂ? ਕਿ ਕੁੜੀਆਂ ਇੰਜੀਨੀਅਰਸ ਨਹੀਂ ਬਣ ਰਹੀਆਂ? ਹਰ ਪੱਖੋਂ ਤੁਸੀਂ ਦੇਖੋ ਤਾਂ ਜੇ ਡਾਟਾ ਆਪਾਂ ਮੰਗਵਾਈਏ ਤਾਂ ਸਾਨੂੰ ਇਹ ਪਤਾ ਲੱਗੇਗਾ ਕਿ ਕੁੜੀਆਂ ਜਿਹੜੀਆਂ ਹਨ ਉਹ ਹਰ ਖੇਤਰ ਦੇ ਵਿੱਚ ਮੁੰਡੇ ਦੇ ਨਾਲ ਮੋਢੇ ਤੋਂ ਮੋਢੇ ਮਿਲਾ ਕੇ ਚੱਲ ਰਹੀਆਂ ਹਨ ਐਂਡ ਮੁੰਡਿਆਂ ਤੋਂ ਅੱਗੇ ਵੀ ਚੱਲ ਰਹੀਆਂ। ਸੋ ਜਿਹੜੀ ਤਰਕ ਸੰਗਤ ਸੋਚ ਹੈ ਉਹ ਇਹ ਕਹਿੰਦੀ ਹੈ ਕਿ ਮੁੰਡਿਆਂ ਅਤੇ ਕੁੜੀਆਂ ਦੇ ਵਿੱਚ ਜਿਹੜਾ ਸਮਾਜਿਕ ਧਾਰਨਾਵਾਂ ਕਰਕੇ ਵਖਰੇਵਾਂ ਹੈਗਾ, ਉਹ ਵਖਰੇਵਾਂ ਸਾਨੂੰ ਨਹੀਂ ਕਰਨਾ ਚਾਹੀਦਾ ਹੈ। ਨੈਕਸਟ ਪੁਆਇੰਟ ਹੈ ਬੇਟਾ ਸਮੇਂ ਦੀ ਸਹੀ ਵਰਤੋਂ। ਸਮੇਂ ਬੇਟਾ ਇੱਕ ਅਜਿਹੀ, ਸਮੇਂ ਸਭ ਤੋਂ ਬਲਵਾਨ ਹੈ। ਸਮੇਂ ਦੀ ਜਿਸਨੇ ਕਦਰ ਕਰ ਲਈ, ਸਮਝੋ ਕਿ ਉਸਨੇ ਆਪਣੇ ਜੀਵਨ ਨੂੰ ਸੁਖਾਲਾ ਕਰ ਲਿੱਤਾ, ਉਸਨੇ ਆਪਣਾ ਜੀਵਨ ਸਵਾਰ ਲਿਆ। ਕਿਉਂਕਿ ਜੋ ਸਮੇਂ ਨੂੰ ਨਸ਼ਟ ਕਰਦਾ ਹੈ, ਸਮੇਂ ਉਸ ਨੂੰ ਨਸ਼ਟ ਕਰ ਦਿੰਦਾ ਹੈ, ਔਰ ਜੋ ਸਮੇਂ ਦੀ ਕਦਰ ਕਰਦਾ ਹੈ, ਸਮੇਂ ਉਸ ਦੀ ਕਦਰ ਕਰਦਾ ਹੈ ਔਰ ਉਸ ਨੂੰ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਲਈ ਜੀਣ ਲਈ ਬਹੁਤ ਜ਼ਿਆਦਾ ਸਹਾਈ ਸਾਬਿਤ ਹੁੰਦਾ ਹੈ। ਨੈਕਸਟ ਹੈ ਪੁਆਇੰਟ ਬੇਟਾ ਮੋਬਾਈਲ, ਇੰਟਰਨੈਟ, ਸੰਚਾਰ ਸਾਧਨਾਂ ਦੀ ਸੁਵਰਤੋਂ। ਹੁਣ ਬੇਟਾ ਤਰਕ ਸੰਗਤ ਸੋਚ ਕੀ ਕਹਿੰਦੀ ਹੈ ਕਿ ਦੋ ਤਰ੍ਹਾਂ ਦੀ, ਹਰ ਚੀਜ਼ ਦੇ ਦੋ ਤਰ੍ਹਾਂ ਦੇ ਪਹਿਲੂ ਹੁੰਦੇ ਹਨ। ਇੱਕ ਹੁੰਦੀ ਸੁਵਰਤੋਂ ਹੁੰਦੀ ਹੈ, ਇੱਕ ਉਸਦੀ ਕੁਵਰਤੋਂ ਹੁੰਦੀ ਹੈ। ਕੁਵਰਤੋਂ ਮੀਨਸ ਆਪਾਂ ਉਸਦੀ ਗਲਤ ਵਰਤੋਂ ਕਰ ਰਹੇ ਹਾਂ ਔਰ ਸੁਵਰਤੋਂ ਮੀਨਸ ਆਪਾਂ ਉਸਦੀ ਸਹੀ ਤਰੀਕੇ ਨਾਲ ਚੰਗੀ ਵਰਤੋਂ ਕਰ ਰਹੇ ਹਾਂ। ਸੋ ਅੱਜ ਸਾਨੂੰ ਮੋਬਾਈਲ, ਇੰਟਰਨੈਟ ਔਰ ਸੰਚਾਰ ਦੇ ਬਹੁਤ ਸਾਰੇ ਸਾਧਨ ਸਾਡੇ ਕੋਲ ਉਪਲਬਧ ਹਨ, ਪਰ ਇਹ ਤਰਕ ਸੰਗਤ ਸੋਚ ਕੀ ਕਹਿੰਦੀ ਹੈ ਕਿ ਆਪਾਂ ਉਸਦੀ ਸੁਵਰਤੋਂ ਕਰ ਰਹੇ ਹਾਂ। ਅੱਜ ਆਪਾਂ ਤੁਹਾਨੂੰ ਮੋਬਾਈਲ, ਇੰਟਰਨੈਟ ਦੇ ਥਰੂ ਆਨਲਾਈਨ ਕਲਾਸ ਲਗਵਾ ਰਹੇ ਹਨ, ਪਰ ਕੀ ਉਹ ਆਨਲਾਈਨ ਕਲਾਸ ਤੁਹਾਡੇ ਦੁਆਰਾ ਲਗਾਈ ਜਾ ਰਹੀ ਹੈ ਸਹੀ ਤਰੀਕੇ ਨਾਲ? ਅੱਜ ਬਹੁਤ ਸਾਰੇ ਬੱਚਿਆਂ ਨੂੰ ਆਪਾਂ ਦੇਖਦੇ ਹਾਂ, ਬਹੁਤ ਸਾਰੇ ਲੋਕਾਂ ਨੂੰ ਆਪਾਂ ਦੇਖਦੇ ਹਾਂ ਮੋਬਾਈਲ ਦੇ ਵਿੱਚ ਉਹ ਗੇਮ ਖੇਡ ਰਹੇ ਹਨ, ਇੰਟਰਨੈਟ ਚੈਟਸ ਕਰ ਰਹੇ ਹੈਗੇ, ਫੋਨ ਕਰ ਰਹੇ ਹਨ, ਪਰ ਉਹ ਉਸਦੀ ਸੁਵਰਤੋਂ ਨਹੀਂ ਹੈ। ਮੋਬਾਈਲ ਦੀ ਚੰਗੀ ਵਰਤੋਂ ਕੀ ਹੈ ਕਿ ਆਪਾਂ ਮੋਬਾਈਲ ਨੂੰ ਕੰਮ ਵਾਸਤੇ ਮਿਲਿਆ ਹੈ, ਆਨਲਾਈਨ ਸਟੱਡੀਜ਼ ਵਾਸਤੇ ਮਿਲਿਆ ਹੈ, ਆਪਾਂ ਉਸ ਨੂੰ ਆਨਲਾਈਨ ਸਟੱਡੀਜ਼ ਕਰਕੇ ਉਸ ਦਾ ਸਹੀ ਤਰੀਕੇ ਨਾਲ ਵਰਤੋਂ ਕਰ ਸਕੀਏ।
ਡੈਨਿਸ, ਗਲਤ ਧਾਰਨਾਵਾਂ ਤੋਂ ਬਚੋ ਬੇਟਾ। ਬਹੁਤ ਸਾਰੀਆਂ ਗਲਤ ਧਾਰਨਾਵਾਂ ਹੈਗੀਆਂ ਹਨ ਕਿ ਬਈ ਇੱਕ ਬਹੁਤ ਵੱਡੀ ਗਲਤ ਧਾਰਨਾ ਜਿਹੜੀ ਸਰਕਾਰੀ ਸਕੂਲ ਔਰ ਪ੍ਰਾਈਵੇਟ ਸਕੂਲਸ ਦੇ ਬੱਚਿਆਂ ਦੇ ਵਿੱਚ ਹੈ ਉਹ ਹੈ ਕਿ ਵੀ ਸਰਕਾਰੀ ਸਕੂਲ ਦੇ ਬੱਚੇ ਇਸ ਕਰਕੇ ਪਿੱਛੇ ਰਹਿ ਜਾਂਦੇ ਹਨ ਕਿਉਂਕਿ ਪ੍ਰਾਈਵੇਟ ਸਕੂਲਸ ਦੇ ਬੱਚਿਆਂ ਕੋਲ ਬਹੁਤ ਸਹੂਲਤਾਂ ਹਨ। ਪ੍ਰਾਈਵੇਟ ਸਕੂਲਸ ਦੇ ਬੱਚਿਆਂ ਦਾ ਘਰ ਦਾ ਮਾਹੌਲ ਦੇਖ ਲਓ, ਸਕੂਲ ਦਾ ਮਾਹੌਲ ਦੇਖ ਲਓ। ਬਟ ਤਰਕ ਸੰਗਤ ਸੋਚ ਕੀ ਕਹਿੰਦੀ ਹੈ? ਤਰਕ ਸੰਗਤ ਸੋਚ ਬੇਟਾ ਇਹ कहती है कि ਜਿਹੜਾ ਤੁਹਾਡੇ ਕੋਲ ਅਵੇਲੇਬਲ ਸਮਾਨ ਹੈ, ਜੋ ਚੀਜ਼ ਤੁਹਾਡੇ ਕੋਲ ਅਵੇਲੇਬਲ ਹੈ ਉਸ ਦਾ ਭਰਪੂਰ ਉਪਯੋਗ ਕਰਨਾ। ਜੇ ਆਪਾਂ ਸਟੱਡੀਜ਼ ਦੀ ਗੱਲ ਕਰੀਏ, ਐਜੂਕੇਸ਼ਨ ਦੀ ਗੱਲ ਕਰੀਏ ਤਾਂ ਬੇਟਾ ਮੈਂ 100% ਇਹ ਦੱਸ ਸਕਦੀ ਹਾਂ ਕਿ ਅੱਜ ਜੋ ਸਰਕਾਰੀ ਸਕੂਲ ਵਿੱਚ ਐਜੂਕੇਸ਼ਨ ਦਾ ਪੱਧਰ ਹੈਗਾ ਉਹ ਅਜੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਨਹੀਂ ਹੈ। ਸੋ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਵੀ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਨ ਆ ਰਹੇ ਹਨ, ਇਹ ਤੁਹਾਡੀ ਖੁਸ਼ਨਸੀਬੀ ਹੈ ਕਿ ਤੁਹਾਨੂੰ ਅੱਜ ਦੇ ਮਾਹੌਲ ਵਿੱਚ, ਅੱਜ ਦੇ ਸਿਨੈਰੀਓ ਵਿੱਚ ਜੋ ਚੀਜ਼ ਆਪਾਂ ਪੜ੍ਹਾ ਰਹੇ ਹਾਂ, ਜਿਸ ਤਰ੍ਹਾਂ ਦੀ ਸਿੱਖਿਆ ਆਪਾਂ ਤੁਹਾਨੂੰ ਦੇ ਰਹੇ ਹਾਂ, ਉਹ ਸਿੱਖਿਆ ਸ਼ਾਇਦ ਅੱਜ ਪ੍ਰਾਈਵੇਟ ਸਕੂਲਸ ਦੇ ਬੱਚਿਆਂ ਦੇ ਵਿੱਚ, ਪ੍ਰਾਈਵੇਟ ਸਕੂਲਸ ਦੇ ਵਿੱਚ ਵੀ ਨਹੀਂ ਹੈ। ਜੋ ਟੀਚਰ ਜਿੰਨੇ ਹਾਈਲੀ ਕੁਆਲੀਫਾਈਡ ਟੀਚਰਸ ਤੁਹਾਨੂੰ ਸਰਕਾਰੀ ਸਕੂਲ ਵਿੱਚ ਮਿਲਦੇ ਹਨ, ਸ਼ਾਇਦ ਉਹ ਪ੍ਰਾਈਵੇਟ ਸਕੂਲਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੇ। ਸੋ ਇਹ ਗਲਤ ਧਾਰਨਾ ਹੈਗੀ। ਬਹੁਤ ਸਾਰੀਆਂ ਗਲਤ ਧਾਰਨਾਵਾਂ ਹੈਗੀਆਂ ਹਨ ਕਿ ਇੱਕ ਹੋਰ ਗਲਤ ਧਾਰਨਾ ਹੈਗੀ ਕਿ ਵੀ ਆਪਾਂ ਖਿਡਾਰੀ ਇਸ ਕਰਕੇ ਨਹੀਂ ਬਣ ਸਕਦੇ ਕਿਉਂਕਿ ਖਿਡਾਰੀਆਂ ਨੂੰ ਐਕਸਟਰਾ ਸ਼ੇਕਸ ਪੀਣਾ ਪੈਂਦਾ ਹੈ, ਐਕਸਟਰਾ ਮੈਡੀਸਿਨਸ ਲੈਤੇ ਹੈ, ਐਕਸਟਰਾ ਬਹੁਤ ਕੁਝ ਕਰਦੇ ਹਨ। ਨੋ, ਜੋ ਤੁਹਾਡੇ ਕੋਲ ਅਵੇਲੇਬਲ ਰਿਸੋਰਸ ਹੈਗਾ ਹੈ, ਉਸ ਅਵੇਲੇਬਲ ਰਿਸੋਰਸ ਦੇ ਨਾਲ ਜੇ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਉਸ ਦਾ ਆਪਟੀਮਮ ਯੂਟਿਲਾਈਜੇਸ਼ਨ ਕਰਦੇ ਹੋ, ਪੂਰੀ ਤਰ੍ਹਾਂ ਉਸ ਦਾ ਇਸਤੇਮਾਲ ਕਰਦੇ ਹੋ, ਤਾਂ ਤੁਸੀਂ ਬੇਟਾ ਉਸ ਨੂੰ ਬਹੁਤ ਚੰਗੀ ਤਰੀਕੇ ਨਾਲ ਉਸ ਦਾ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰ ਸਕਦੇ ਹੋ। ਸੋ ਇਹ ਸੀ ਸਾਡੀ ਤਰਕ ਸੰਗਤ ਸੋਚ। ਥੈਂਕ ਯੂ ਸੋ ਮਚ।